सो अंग महाराज शेर सिंह विष्णु भगवान दी जय। सो अंग महाराज शेर सिंह विष्णु भगवान दी जय। सो अंग महाराज शेर सिंह विष्णु भगवान दी जय। हर संगत जीओ, वीर जी उन्होंने बाणी पढ़ी आ। कोई भी 26 पो की लिस्ट पढ़ लो, 26 पो 27 पो, ਉਹਦੇ ਵਿੱਚ ਆਪਾਂ ਨੂੰ ਹਦਾਇਤਾਂ ਕੀ ਕਰਨਾ ਹੈ, ਆਪਣੇ ਤੇ ਰਹਿਮਤਾਂ ਕੀ ਕੀ ਕੀਤੀਆਂ ਪਰਮੇਸ਼ਰ ਨੇ, ਸਾਰੀਆਂ ਉਹਦੇ ਵਿੱਚ ਹੈ। ਜੇ ਕੋਈ ਘਰੇ ਬਾਣੀ ਪੜ੍ਹਦਾ ਹੈ, ਵੀਰ ਆਪਣਾ ਉਹਦੀ ਬਾਣੀ ਸੁਣਨ ਨੂੰ ਤਿਆਰ ਨਹੀਂ। ਜਿਵੇਂ ਆ ਵੀਰ ਬੈਠੇ ਆ ਜਸਵੀਰ ਜੀ, ਮੈਨੂੰ ਪਤਾ ਲੱਗਿਆ ਵੀ ਇਹ ਹਰ ਰੋਜ਼ ਬਾਣੀ ਪੜ੍ਹਦੇ ਆ, ਲੇਕਿਨ ਇਹਦੀ ਬਾਣੀ ਸੁਣਨ ਨੂੰ ਤਿਆਰ ਨਹੀਂ। ਅਸੀਂ ਘਰ ਵਾਲੇ ਮਾफ़ ਕਰਨਾ ਤੇ ਲੈਣੇ ਦੇਣੇ ਦਿੱਤੇ ਪਰਮੇਸ਼ਰ ਨੇ ਆ ਕੇ, ਕਿਉਂਕਿ ਲੈਣੇ ਦੇਣੇ ਕੌਣ ਦੇ ਸਕਦਾ? ਕੋਈ ਗੁਰੂ ਅਵਤਾਰ ਪੀਰ ਪੈਗੰਬਰ ਕਿਸੇ ਨੇ ਲੈਣੇ ਦੇਣੇ ਨਹੀਂ ਦਿੱਤੇ, ਕਿਉਂਕਿ ਉਹਨਾਂ ਨੇ ਲੈਣੇ ਦੇਣੇ ਬਣਾਏ। ਬਈ ਜਦੋਂ ਸਾਡਾ ਰਹਿਬਰ ਜਿਹੜਾ ਸਾਨੂੰ ਭੇਜਣ ਵਾਲਾ ਜਦੋਂ ਉਹ ਆਇਆ, ਉਹ ਲੈਣੇ ਦੇਣੇ ਦੇਵੇਗਾ। ਇਸੇ ਪ੍ਰਥਾ ਇੱਕ ਹਰਬਾਣੀ ਆ, ਗੁਰਸਿੱਖ ਪ੍ਰੀਤਮ ਸਿੰਘ ਜੰਡਿਆਲੇ ਦੇ ਆਹੋ ਸੀਗੇ, ਜਿਹੜੇ ਕਿ ਮੱਲੂਵਾਲ ਦੇ ਰਿਸ਼ਤੇਦਾਰ ਸੀਗੇ। ਮੱਲੂਵਾਲ ਤੋਂ ਸਾਡੀ ਭੈਣ ਉੱਥੇ ਰਿਸ਼ਤਾ ਹੋਇਆ ਸੀ। ਉਹਦਾ ਲੇਖ ਇਸ ਤਰ੍ਹਾਂ, ਜਦੋਂ ਹਰਨਾਕਸ਼ ਦਾ ਜਨਮ ਹੋਇਆ, ਪ੍ਰਹਲਾਦ ਦੀ ਗੱਲ, ਉਦੋਂ ਉਹਦਾ ਜਾਮਾ ਹੋਇਆ ਨੰਤੇ ਦਾ, ਉਹਦਾ ਨਾਂ ਸੀ ਨੰਤਾ। ਫਿਰ ਉਹਨੇ ਬੇਨਤੀ ਕੀਤੀ ਉਦੋਂ ਪਰਮੇਸ਼ਰ ਅੱਗੇ, ਤਾਂ ਪਰਮੇਸ਼ਰ ਨੇ ਉਹਦਾ ਨਾਤਾ ਜੋੜਤਾ ਰਾਮ ਦੇ ਵੇਲੇ ਪੜਪੂੰਜੇ ਦਾ। ਉਹਦਾ ਨਾਂ ਸੀ ਪੜਪੂੰਜਾ। ਇਹ ਪ੍ਰੀਤਮ ਸਿੰਘ ਦੀ ਗੱਲ ਹੈ ਜੀ। ਉਸ ਤੋਂ ਅੱਗੇ ਉਹਨੇ ਬੇਨਤੀ ਕੀਤੀ ਰਾਮ ਜੀ ਅੱਗੇ, ਪਰ ਰਾਮ ਜੀ ਕਹਿੰਦੇ ਤੇਰਾ ਲੇਖ ਆ ਬੁੱਧੂ ਸ਼ਾਹ ਦਾ, ਗੋਬਿੰਦ ਪਾਤਸ਼ਾਹ ਦੇ ਟਾਈਮ ਦਾ। ਉਹ ਬੁੱਧੂ ਸ਼ਾਹ ਜਿਹੜਾ ਕਿ ਆਪਦੀ ਫੌਜ ਲੈ ਕੇ ਗੋਬਿੰਦ ਪਾਤਸ਼ਾਹ ਪਾਸ ਆਇਆ ਸੀ। ਜਦੋਂ ਰਾਈਫਲ ਦਾ ਨਿਸ਼ਾਨਾ ਉਹਨਾਂ ਨੇ ਰਾਈਫਲ ਭੇਟ ਕੀਤੀ, ਕਹਿੰਦੇ ਵੀ ਬੁਲਾ ਤੂੰ ਆਪਦਾ ਕੋਈ ਸਿੱਖ ਤੇ ਮੈਂ ਨਿਸ਼ਾਨਾ ਲਾਉਣਾ। ਗੋਬਿੰਦ ਪਾਤਸ਼ਾਹ ਕਹਿੰਦੇ, ਮਤਲਬ ਉੱਥੋਂ ਕੋਈ ਨਹੀਂ, ਉਹਦੇ 'ਚੋਂ ਕੋਈ ਨਹੀਂ ਨਿਤਰਿਆ। ਇਹ ਲੈਣੇ ਦੇਣੇ ਦੱਸਣ ਵਾਲਾ ਕੌਣ ਆ? ਪ੍ਰੀਤਮ ਸਿੰਘ ਨੂੰ ਤਾਂ ਨਹੀਂ ਸੀ ਪਤਾ। ਲੈਣੇ ਦੇਣੇ ਦੇਣ ਵਾਲਾ, ਇਹ ਦੱਸਣ ਵਾਲਾ ਕੌਣ ਸੀ? ਪਰਮੇਸ਼ਰ ਆਪ। ਪਰਮੇਸ਼ਰ ਆਇਆ। ਫਿਰ ਇੱਕ ਗੱਲ ਉੱਥੇ ਹੋਰ ਹੋਈ, ਉਹਨੇ ਆਸਾ ਰੱਖੀ ਪਈ ਪਿਛਲੀ, ਬਈ ਜਿੰਨੀ ਵੀ ਤੇਰੇ ਨਾਲ ਸੰਗਤ ਆਵੇ ਨਾ, ਉਹ ਮੇਰੇ ਕਮਰੇ ਵਿੱਚ ਹੀ, ਜਦੋਂ ਵਿਹਾਰ ਹੋਵੇ ਕਮਰੇ ਵਿੱਚ ਹੀ ਬੈਠੇ, ਬਾਹਰ ਨਾ ਕੋਈ ਹੋਵੇ। ਮਹਾਰਾਜ ਉਹਨੇ ਚਰਨ ਪਾਉਂਦੇ ਉੱਥੇ ਚਲੇ ਗਏ ਉਹਦੇ ਘਰੇ। ਉਹਦਾ ਘਰ ਖੇਤਾਂ 'ਚ ਆ, ਜੰਡਿਆਲੇ ਤੋਂ, ਜਿਹੜਾ ਦੁਆਬੇ 'ਚ ਜੰਡਿਆਲਾ, ਉਹਦੇ ਤੋਂ ਖੇਤਾਂ 'ਚ ਆਉਂਦਾ, ਉੱਥੇ ਉਹਦੇ ਮਕਾਨ ਸੀ। ਮਹਾਰਾਜ ਨੇ, ਸੰਗਤ ਚਲੀ ਗਈ, ਸੰਗਤ ਕਾਫੀ ਸੀ। ਹੁਣ ਮੇਰੇ ਵਰਗੇ ਜਿਹੜੇ ਮਹਾਰਾਜ ਕੋਲੇ ਬੈਠਣ ਵਾਲੇ ਸੀ, ਉਹ ਤਾਂ ਲੱਤਾਂ ਪਸਾਰ ਕੇ ਬੈਠ ਗਏ, ਲੇਕਿਨ ਉਹਦੀ ਆਸ਼ਾ ਤਾਂ ਪਰਮੇਸ਼ਰ ਹੀ ਜਾਣਦਾ ਸੀ ਨਾ। ਮਹਾਰਾਜ ਜਦੋਂ ਸਾਰੇ ਸੰਗਤ ਸੱਜ ਗਈ, ਮਹਾਰਾਜ ਸਿੰਘਾਸਨ 'ਤੇ ਬੈਠ ਗਏ। ਮਹਾਰਾਜ ਕਹਿੰਦੇ ਵੀ ਐਂ ਕਰੋ, ਸੰਗਤ ਸਾਰੀ ਖੜੀ ਹੋ ਜਾਓ। ਸਾਰੀ ਸੰਗਤ ਖੜੀ ਕਰ ਲਈ।
सारे महाराज कहते बई सारे अंदर आ जाओ, जिहड़े बाहर खड़े आ वो भी अंदर आ जाओ। एक कमरे दे विच इक्को ही कमरा सी, एक कमरे दे विच सारे महाराज ने इकट्ठे कर लए। महाराज ने कहा बई होर तां नहीं कोई बाहर? वो कहते नहीं जी, हुण कहते जिथे खड़े हो उत्थे ही बह जाओ। ये आ परमेश्वर की गल। परमेश्वर जानदा असीं की आशा रखियां ने, वो परमेश्वर जानदा। मैं वीर परमिंदर दी जां सवਰਨ दी जां तुहाडे भैणां चों मैं नहीं वो जान सकदा वो तुहाडी तुसीं आशा की रखियां ने। इस करके परमेश्वर दा आउणा होया, उन्हें आसा भी पूरियां कीतियां। हुण बाणी लैके चलदे इन्हां दी 18 नंबर ग्रंथ दे विच बाणी आ। माफ़ करना जे सैकटरी साहब, जे संगत थोड़ी जी तंग हो गई तो मैनू दस दिओ, मैं उत्थे जकारे ला दूँ। 24 माघ 2021 बिक्रमी प्रीतम सिंह दे गृह जंडियाला जिला जलंधर। दर कहे प्रभ मिलिया दर्दी। वाह, क्यों? दरवाजा बयान करदा सानू नहीं पता लग्या अजे तक। दरवाजा कहना दर कहे प्रभ मिलिया दर्दी, जिहड़ा दर्द वंडण वाला, दर्द वंद नजरी आई आ, नज़र आया उत्थे प्रीतम सिंह दे घरे। 24 माघ 2021 बिक्रमी 1964 च परमेश्वर ने विहार किया उत्थे। जिस मंजूर की पिछली अर्जी, कौन जानदा सी ओहदी अर्जी? परमेश्वर जानदा सी। आरजू लेखे लाईया, खेली खेर सी सिंह नर दी। जो नरसिंह ने हरनाक्ष का वध किया ना, गल ओहदी है। उदों परमेश्वर ने वो रूप नूं वडियाई दिती नरसिंह दी। परमेश्वर ने दिती, किसी बंदे ने नहीं दिती। खेली खेर सी सिंह नर दी, नरसिंह अपना रूप वटाईया। ये खेल हरनाक्ष घर दी, हरनाक्ष दे घर दी खेल आ। ये खेल हरनाक्ष घर दी पूर्व दै गवाही आ। जिस दे कोल सृष्टि, जिस दे कोलों सृष्टि डरदी। आपां सारे जानते हैं हरनाक्ष कोलों सारी सृष्टि डरदी सी। जिस दे कोलों सृष्टि डरदी, भै विच लुकाई आ। एक भगत दी आत्मा पढ़दी। वो जिहड़ी गल सी, वो कौन पढ़दा सी? भगत। यह प्रीतम सिंह की गल है। एक भगत दी आत्मा पढ़दी। ढोला बेपरवाहिया, ये खेल सच अश्चर्य दी। अश्चर्य कौन आ? अचरज खेल करने वाला, जिहड़ी अज तक इस दुनिया ते होई नहीं, वो खेल होई है। अचरज रिहा कराईया। हरनाक्ष दा एक चाकर, जिस दी मां सदा सी उस नूं वरजदी। हरनाक्ष दा एक चाकर सी ओदा, ते ओदी मां उहनूं वरजदी सी भी इहदे नालों नाता तोड़ ला, ये चंगा नहीं है। क्यों? हरनाक्ष दी मां जानदी सी, ओदी आत्मा सी। हौली हौली समझाई आ बच्चिया, ये कूड़ी खेड़ इसदी फर्ज दी। उन्होंने पता सी हरनाक्ष दी जिहड़ी खेड़ आ, ये कूड़ी आ। थिर रहन कोई ना पाईया, ज्योति जो स्वरूप हर आप अपनी कृपा कर, साची खेल रहा विखाईया। दर कहे मैनू आ गई याद, सानू नहीं याद आउंदी। कल मैं एक गल करदा सी थल्ले, जिथे
ਵਿਹਾਰ ਸੀਗਾ ਸਰਦਾਰ ਬੱਗਾ ਸਿੰਘ ਜੀ ਬਜ਼ੁਰਗ ਦੇ ਘਰੇ। ਮੈਂ ਕਿਹਾ ਜਿੱਦਣ ਇੱਥੇ ਮਹਾਰਾਜ ਨੇ ਟੂਰ ਕੀਤਾ 12 ਚੇਤ ਸੀ ਸ਼ਾਇਦ, ਉਸ ਦਿਨ ਜਿਹੜੀ ਸੰਗਤ ਉੱਥੇ ਸੀ ਬੱਗਾ ਜੀ ਦੇ ਘਰੇ, ਮੈਂ ਉੱਥੇ ਵੀ ਗੱਲ ਕੀਤੀ ਸੀ, ਬੁਰਕੀਆਂ ਪਾਈਆਂ ਪਰਮੇਸ਼ਰ ਨੇ ਮੂੰਹ 'ਚ, ਪਰਮੇਸ਼ਰ ਨੇ। ਔਰ ਉਸ ਸੰਗਤ ਨੂੰ ਜਿਹੜੀਆਂ ਮੇਰੀਆਂ ਭੈਣਾਂ ਇੱਥੇ ਹਾਜ਼ਰਾ ਬਜ਼ੁਰਗ ਹੋ ਗਈਆਂ, ਉਹ ਦੱਸ ਸਕਦੀਆਂ ਉਦੋਂ ਹਾਲਤ ਕੀ ਸੀ, ਕਿਵੇਂ ਇਹ ਰੋਂਦੀਆਂ ਸੀ, ਮਤਲਬ ਵਰਾਗ ਕਿੰਨਾ ਸੀ। ਸਾਡੇ 'ਚ ਤਾਂ ਆਉਂਦਾ ਹੀ ਨਹੀਂ। ਅਸੀਂ ਆਉਂਦੇ ਹਾਂ ਸਰਜੀਤ ਦੇ ਚੱਲੇ ਹਾਂ, ਵੀ ਪਰਮੇਸ਼ਰ ਦਾ ਥੋੜ੍ਹੀ ਅਸੀਂ ਸਮਝਦੇ ਚੱਲੇ ਹਾਂ, ਸਰਜੀਤ ਦੇ ਘਰੇ ਸਤਸੰਗ ਆ, ਜਾਂ ਬੱਗਾ ਸਿੰਘ ਦੇ ਚੱਲੇ ਹਾਂ, ਪਰਮੇਸ਼ਰ ਦਾ ਸਤਸੰਗ ਆ, ਉੱਥੇ ਬੱਗੇ ਦੇ ਘਰ ਦੀ ਗੱਲ ਨਹੀਂ ਹੈ। ਜਾਂ ਹੁਣ ਅੱਗੇ ਚੱਲਣੇ ਆ, ਉਹ ਸਤਸੰਗ ਕਿਹਦਾ? ਪਰਮੇਸ਼ਰ ਦਾ, ਕਿਸੇ ਦੇ ਬੰਦੇ ਦਾ ਨਹੀਂ ਹੈ। ਇਸ ਕਰਕੇ ਜਿੰਨੇ ਵੀ ਅਸੀਂ ਆਉਂਦੇ ਹਾਂ, ਕਿਰਪਾ ਕਰਿਆ ਕਰੋ, ਥੱਲੇ ਬੈਠਣ 'ਚ ਕੋਈ ਫਰਕ ਤੁਹਾਨੂੰ ਕੁਛ ਨਹੀਂ ਮਿਲਣਾ। ਘਰਾਂ 'ਚ ਗੱਲਾਂ ਬਹੁਤ ਹੋ ਜਾਂਦੀਆਂ ਨੇ। ਮੇਰੇ ਨਾਲ ਇੱਥੋਂ ਮੈਂ ਬਾਣੀ ਪੜ੍ਹਨ ਤੋਂ ਹਟਣਾ, ਨਾਲੇ ਮੇਰੇ ਘਰ ਵਾਲੀ ਨੇ ਲੜਨਾ, ਨਾਲੇ ਬੱਚਿਆਂ ਨੇ। ਤੁਸੀਂ ਇਹੀਆਂ ਜਿਹੀਆਂ ਗੱਲਾਂ ਕਿਉਂ ਕਰਦੇ ਹੋ? ਦਰਦ ਹੁੰਦਾ। ਇਸ ਕਰਕੇ ਮੈਂ ਬੇਨਤੀ ਕਰਦਾ ਬਈ ਅਸੀਂ ਜਿੱਥੇ ਵੀ ਜਾਂਦੇ ਹਾਂ, ਬੈੱਡ ਸੋਫੇ ਉਹਨਾਂ 'ਤੇ ਕੁਛ ਨਹੀਂ ਮਿਲਣਾ। ਖਾ ਲਿਆ ਪੀ ਲਿਆ, ਜੇ ਰੋਟੀ ਨਹੀਂ ਵੀ ਖਾਧੀ, ਜੋ ਸਤਸੰਗ 'ਚ ਬੈਠੇ ਹੋ ਨਾ, ਤੁਹਾਡਾ ਲੇਖ ਬਣਦਾ, ਥੱਲੇ ਨਹੀਂ ਬਣਦਾ। ਤੁਸੀਂ ਐਂ ਨਾ ਕਿ ਵੀ ਜਾਣ ਕੇ ਇਹ ਕਹਿੰਦਾ, ਕਿਤੇ ਵੀ। ਜਦ ਤੱਕ ਅਸੀਂ ਸਤਸੰਗ ਦੇ ਵਿੱਚ ਜਿਹੜਾ ਪਰਮੇਸ਼ਰ ਦਾ ਵਿਹਾਰ ਆ, ਸਤਸੰਗ ਨਹੀਂ ਇਹ ਮਹਾਰਾਜ ਨੇ ਕਿਹਾ ਹੋਇਆ, ਅਸੀਂ ਬਣਾ ਲਿਆ ਇਹ ਸਤਸੰਗ। ਮਹਾਰਾਜ ਨੇ ਕਿਹਾ ਹੋਇਆ ਮੇਰਾ ਵਿਹਾਰ, ਪਰਮੇਸ਼ਰ ਦਾ ਵਿਹਾਰ ਆ ਇਹ, ਸਤਸੰਗ ਨਹੀਂ ਹੈ, ਟੂਰ ਆ। ਅਸੀਂ ਕਹਿੰਦੇ ਨੇ ਫਲਾਣੇ ਥਾਂ ਸਤਸੰਗ 'ਤੇ ਜਾਣਾ, ਨਹੀਂ। ਪਰਮੇਸ਼ਰ ਕਹਿੰਦੇ ਹੁੰਦੇ ਸੀ ਫਲਾਣੇ ਥਾਂ ਟੂਰ 'ਤੇ ਜਾਣਾ, ਅਸੀਂ ਟੂਰ ਕੱਢਤਾ। ਜਲੂਸ ਦੀ ਸ਼ਕਲ, ਅਸੀਂ ਕਹਿੰਦੇ ਜਲੂਸ ਚੰਗਾ ਨਹੀਂ ਲੱਗਦਾ। ਪਰਮੇਸ਼ਰ ਨੇ ਜਲੂਸ ਲਿਖਿਆ ਹੋਇਆ ਗ੍ਰੰਥਾਂ ਦੇ ਵਿੱਚ। ਜਲੂਸ ਤੋਂ ਭਗਤ ਦੁਆਰ ਪੁੱਜਣ ਸਮੇਂ ਲਿਖਤ ਮਹਾਰਾਜ ਨੂੰ ਨਹੀਂ ਸੀ ਪਤਾ। ਅਸੀਂ ਕਹਿੰਦੇ ਨਹੀਂ ਜੀ ਨਗਰ ਕੀਰਤਨ, ਲੈ ਪਰਮੇਸ਼ਰ ਨੂੰ ਨਹੀਂ ਪਤਾ, ਸਾਨੂੰ ਪਤਾ। ਚਲੋ ਮਾਫ ਕਰਨਾ, ਗੱਲਾਂ ਵਾਲੀਆਂ ਕਰ ਲੈਣਾ ਮੈਂ। ਭਗਤ ਚਰਨ ਕਵਲ ਹੋ ਮਹਤਾਜ, ਨਵਾਜ਼ ਨਾਲ ਸੁਣਾਈਆ, ਕਿਰਪਾ ਕਰ ਪੁਰਖ ਸਮਰਾਥ, ਸੱਚ ਦੇ ਮਾਣ ਵਡਿਆਈ ਆ। ਉਹਨੇ ਬੇਨਤੀ ਕਰਤੀ ਹਰਨਾਕਸ਼ ਦੇ ਟਾਈਮ 'ਤੇ, ਵੀਰ ਪ੍ਰੀਤਮ ਸਿੰਘ ਨੇ, ਜਿਹੜਾ ਜੰਡਿਆਲੇ ਸੀ, ਬਈ ਮੈਨੂੰ ਮਾਣ ਵਡਿਆਈ ਦੇ। ਭਗਤ ਉਦਾਹਰਨ ਨਾ ਪਿੱਛੇ ਆਇਓ ਆਪ। ਹੁਣ ਇੱਥੇ ਗੱਲ ਕਰੋ, ਸਾਨੂੰ ਉਦਾਹਰਨ ਵਾਸਤੇ ਸਾਡੇ ਪਾਪ ਜੋ ਵੀ ਅਸੀਂ ਕਰਦੇ ਹਾਂ, ਕੂੜ ਵਕਾਰ ਜੋ ਵੀ ਆ, ਉਹਨੂੰ ਖਤਮ ਕਰਨ ਵਾਸਤੇ ਕੌਣ ਆਇਆ? ਪਰਮੇਸ਼ਰ ਆਪ ਆਇਆ। ਕਦੇ ਅਸੀਂ ਸੋਚਿਆ ਹੈ? ਦੇਖੋ ਕਿੱਥੇ ਤੱਕ ਗੱਲ ਚੱਲਦੀ ਆ। ਕਦੇ ਵਿਚਾਰੋ ਅੰਦਰੇ ਅੰਦਰ। ਮਾਇਆ ਨੂੰ ਜੱਫੇ ਜਿੰਨੇ ਪਾਓਗੇ ਫਸੋਗੇ, ਫਸਦੇ ਹਾਂ ਆਪਾਂ ਜਿੰਨੇ ਪਾਓਗੇ। ਮਾਇਆ ਕੱਲੀ ਇਹ ਨਹੀਂ ਪੈਸਾ ਧੇਲਾ, ਧੀਆਂ ਪੁੱਤ ਸਾਰਾ ਕੁਛ ਇਹ ਸਾਨੂੰ ਫਸਾਉਣ ਵਾਲਾ, ਰੱਬ ਤੋਂ ਦੂਰ ਕਰਨ ਵਾਲਾ। ਆ ਹੁਣੇ ਬਾਣੀ ਪੜ੍ਹੀ ਆ ਉਹਨੇ ਸਵਰਨ ਨੇ। ਇਸ ਕਰਕੇ ਜੇ ਸਾਡੇ 'ਤੇ ਕਿਰਪਾ ਕੀਤੀ ਆ ਪਰਮੇਸ਼ਰ ਨੇ, ਉਧਰ ਨੂੰ ਚੱਲੀਏ। ਸਾਹਿਬਜ਼ਾਦੇ ਕਹਿੰਦੇ ਆ ਬਈ ਇਹਦੀ ਗੱਲ ਕਰੋ, ਸਰੀਰ ਦੀ ਨਹੀਂ, ਨਿਰਗੁਣ ਨਿਰੰਕਾਰ ਦੀ। ਇਹ ਨਿਰਗੁਣ ਨਿਰੰਕਾਰ ਆਇਆ, ਅੱਜ ਤੱਕ ਆਇਆ ਨਹੀਂ। ਇਹ ਗੱਲ ਉਹਦੀ ਆ, ਸਰੀਰਾਂ ਦੀ ਗੱਲ ਨਹੀਂ ਹੈ, ਲੈਣੇ ਦੇਣੇ ਦੀ ਗੱਲ ਆ। ਮਹਾਰਾਜ ਘਮੰਡ ਵਾਲੇ, ਉੱਥੇ ਲੈਣਾ ਦੇਣਾ ਨਹੀਂ ਸੀ।
ਜਿਹੜੇ ਲੈਣੇ ਦੇਣੇ ਹੋਏ ਸਾਰੇ ਪਰਮੇਸ਼ਰ ਨੇ ਆ ਕੇ ਇੱਥੇ ਕੀਤੇ। ਜਿੰਨੇ ਵੀ ਲੈਣੇ ਦੇਣੇ ਹੋਏ ਜਿਹੜੇ ਜਿਹੜੇ ਉੱਥੇ ਜੁੜੇ। ਇੱਕ ਬਾਣੀ ਆਉਂਦੀ ਆ, ਜਿਨ੍ਹਾਂ ਦੇ 16 ਸਾਲ ਪਿੱਛੇ ਜੁੜੇ ਰਹੇ ਨਾਤੇ, 16 ਸਾਲ ਉਦੋਂ ਦੇ ਮਹਾਰਾਜ ਸ਼ੇਰ ਸਿੰਘ ਦੇ ਟਾਈਮ ਦੇ, ਉਹਨਾਂ ਦਾ ਵੀ ਲੈਣਾ ਦੇਣਾ ਪਰਮੇਸ਼ਰ ਨੇ ਆ ਕੇ ਦਿੱਤਾ ਇੱਥੇ। ਕਿਉਂਕਿ ਉੱਥੇ ਪਰਮੇਸ਼ਰ ਨੇ ਨਹੀਂ ਦੇਣਾ ਸੀ, ਉੱਥੇ ਖੇਡ ਉਹੀ ਹੋਣੀ ਸੀ ਚੁੱਪ ਦੀ। ਉਹ ਪਰਮੇਸ਼ਰ ਜਾਣਦਾ ਕਿਉਂ ਉੱਥੇ ਕੀਤੀ ਇਹ ਖੇਡ, ਇੱਥੇ ਕਿਉਂ ਜ਼ਹਰ ਜ਼ਹੂਰ ਦੀ ਹੋਈ। ਭਗਤ ਉਦਾਹਰਨ ਪਿੱਛੇ ਆਇਓ ਆਪ, ਨਿਰਗੁਣ ਸਰਗੁਣ ਫੇਰਾ ਪਾਈਆ। ਕਿਉਂ ਨਹੀਂ ਪ੍ਰਗਟ ਹੋਇਆ ਸਾਖਿਆਤ। ਇਹ ਪ੍ਰੀਤਮ ਸਿੰਘ ਦੀ ਆਸਾ ਦੱਸਦੀ ਆ, ਕਿਉਂ ਨਹੀਂ ਪ੍ਰਗਟ ਹੋਇਆ ਸਾਖਿਆਤ। ਕਿੰਨੇ ਜਾਮੇ ਲੈਣੇ ਪੈ ਗਏ ਉਹਨੂੰ, ਤਦ ਪਰਮੇਸ਼ਰ ਪ੍ਰਗਟ ਦੇ ਦਰਸ਼ਨ ਉਹਨੂੰ ਹੋਏ। ਪ੍ਰਗਟ ਦੇ ਕਿਉਂ ਨਹੀਂ ਪ੍ਰਗਟ ਹੋਇਆ ਸਾਖਿਆਤ। ਸਵ ਸਰੂਪ ਆਪਣਾ ਦੇ ਜਣਾਈਆ। ਸ਼ਬਦ ਅਗੰਮੀ ਹਰ ਨੇ ਮਾਰ ਆਵਾਜ਼, ਸੰਦੇਸ਼ਾ ਦਿੱਤਾ ਜਣਾਈਆ। ਉਹ ਸ਼ਬਦ ਅਗੰਮੀ ਦੇ ਵਿੱਚ ਜਦੋਂ ਹਰਨਾਕਸ਼ ਵੇਲੇ ਉਹਨੂੰ ਆਵਾਜ਼ ਆਈ ਤੇ ਉਹਨੇ ਗੱਲ ਮਤਲਬ ਉਹਦਾ ਨਾਤਾ ਜੋੜਤਾ ਪਰਮੇਸ਼ਰ ਨੇ। ਜੁਗ ਚੌਕੜੀ ਮੇਰਾ ਖੇਲ ਤਮਾਸ਼, ਪਰਮੇਸ਼ਰ ਗੱਲ ਕਰ ਰਿਹਾ। ਜੁਗ ਚੌਕੜੀ ਮੇਰਾ ਖੇਲ ਤਮਾਸ਼, ਆਦ ਜਗਾਦ ਵੱਡੀ ਵਡਿਆਈ ਆ। ਇਸ ਦਾ ਡੂੰਘਾ ਕੋਈ ਰਾਜ, ਇਸ ਦਾ ਡੂੰਘਾ ਕੋਈ ਰਾਜ, ਭੇਵ ਆਪਣੇ ਵਿੱਚ ਰਖਾਈ ਆ। ਜਿਸ ਵੇਲੇ ਕਲਯੁਗ ਅੰਤ, ਅੰਧੇਰੀ ਆਵੇ ਰਾਤ, ਸਾਚਾ ਚੰਦ ਨਾ ਕੋਈ ਚਮਕਾਈ ਆ। ਉਸ ਵੇਲੇ ਪ੍ਰਗਟ ਹੋਵਾਂ ਆਵਾਂ ਪੁਰਖ ਅਵਨਾਸ਼। ਕੋਈ ਸ਼ੱਕ ਹੈ? ਅਜੇ ਵੀ ਸਾਨੂੰ ਪਤਾ ਨਹੀਂ ਲੱਗਦਾ। ਬਾਣੀਆਂ ਠੋਕਰਾਂ ਮਾਰਦੀਆਂ ਆਪਾਂ ਨੂੰ। ਜਿਸ ਵੇਲੇ ਕਲਯੁਗ ਅੰਤਮ, ਅੰਧੇਰੀ ਆਵੇ ਰਾਤ, ਸਾਚਾ ਚੰਦ ਨਾ ਕੋਈ ਚਮਕਾਈਆ। ਉਸ ਵੇਲੇ ਪ੍ਰਗਟ ਹੋ ਕੇ ਆਵਾਂ ਪੁਰਖ ਅਵਨਾਸ਼, ਸਾਚਾ ਨੂਰ ਕਰਾਂ ਰਸ਼ਨਾਈਆ। ਉਸ ਨਫਰ ਨੇ ਕਿਹਾ ਸੱਚ ਤੇਰੀ ਸਰਨਾਈਆ। ਸੁਣ ਬੇਨਤੀ ਮੈਂ ਕਰਾਂ ਜੋੜ ਕੇ ਦੋਵੇਂ ਹਾਥ। ਸੁਣ ਬੇਨਤੀ ਮੈਂ ਕਰਾਂ ਜੋੜ ਕੇ ਦੋਵੇਂ ਹਾਥ, ਦਰ ਤੇਰੇ ਸੀਸ ਨਵਾਈਆ। ਮੈਨੂੰ ਸੱਚ ਦੱਸ ਦੇ, ਮੈਨੂੰ ਸੱਚ ਦੱਸ ਦੇ ਬਾਤ, ਅਣਮੰਗੀ ਤੈਥੋਂ ਮੰਗ ਮੰਗਾਈਆ। ਜਿਸ ਤਰ੍ਹਾਂ ਪ੍ਰਹਲਾਦ ਦੀ ਰਕਸ਼ਾ ਕਰਨ ਦੀ ਖਾਤਰ ਹਰਨਾਕਸ਼ ਦਾ ਕੀਤਾ ਘਾਤ। ਜਿਸ ਤਰ੍ਹਾਂ ਪ੍ਰਹਲਾਦ ਦੀ ਰਕਸ਼ਾ ਕਰਨ ਦੀ ਖਾਤਰ ਹਰਨਾਕਸ਼ ਦਾ ਕੀਤਾ ਘਾਤ, ਆਪਣਾ ਵੇਸ ਬਦਲਾਈਆ। ਕਿ ਉਸ ਵੇਲੇ ਕੋਈ ਭਗਤ ਤੇਰਾ ਹੋਵੇ ਦਾਸ, ਦਾਸੀ ਰੂਪ ਵਿਖਾਈਆ। ਪੁਰਖ ਅਕਾਲ ਕਿਹਾ ਮੈਂ ਚਾਰ ਯੁੱਗ ਦੇ ਭਗਤ ਵਿਛੜੇ, ਸਾਰਿਆਂ ਜੋੜਾ ਨਾਤ। ਉੱਥੇ ਜਾੜਾ ਵੀਰ ਪ੍ਰੀਤਮ ਸਿੰਘ ਦੇ ਘਰੇ ਨਾਤਾ ਜੋੜ ਕੇ ਇੱਕ ਕਮਰੇ ਵਿੱਚ ਬਿਠਾਇਆ। ਉਹਦੀ ਆਸ਼ਾ ਜਿਹੜੀ ਸੀ ਉਹ ਸਾਰੇ ਭਗਤਾਂ ਨੂੰ ਜੋੜਿਆ। ਅਸੀਂ ਫੇਰ ਖਿਲਰਦੇ ਜਾਂਦੇ ਹਾਂ। ਪੁਰਖ ਅਕਾਲ ਕਿਹਾ ਮੈਂ ਚਾਰ ਯੁੱਗ ਦੇ ਪਿਛੜੇ, ਸਾਰਿਆਂ ਜੋੜਾਂ ਨਾਤ। ਚਰਨ ਕਵਰ ਸਰਨਾਈਆ, ਜੋਤੀ ਜੋ ਸਰੂਪ ਹਾਰਾ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇੱਕ ਉਠਾਈਆ। ਨਫਰ ਕਹੇ ਪ੍ਰਭੂ ਮੇਰਾ ਨਾਮ ਨੰਤਾ। ਉਸ ਟਾਈਮ ਉਹਦਾ ਨਾਮ ਕੀ ਸੀ? ਨੰਤਾ। ਹਰਨਾਕਸ਼ ਦੇ ਟਾਈਮ ਤੇ ਨਫਰ ਕਹੇ ਪ੍ਰਭੂ ਮੇਰਾ ਨਾਮ ਨੰਤਾ, ਭੁੱਲ ਕਦੀ ਨਾ ਜਾਈਆ। ਜਿਸ ਵੇਲੇ ਕਲਯੁਗ ਬਣਾਵੇਂ ਬਣਤਾ, ਇਹ ਖੇਲ ਦੇਣਾ ਸਮਝਾਈਆ। ਉਦੋਂ ਆਸ ਰੱਖ ਲਈ। ਹਰਨਾਕਸ਼ ਦੇ ਟਾਈਮ ਤੇ ਨੰਤੇ ਨੇ ਆਸ ਰੱਖ ਲਈ, ਮੈਨੂੰ ਯਾਦ ਰੱਖੀ। ਕਿਉਂਕਿ ਆਪਾਂ ਨੂੰ ਤਾਂ ਯਾਦ ਰਹਿੰਦਾ ਨਹੀਂ, ਆਪਾਂ ਤਾਂ ਸਵੇਰ ਦੀ ਰੋਟੀ ਖਾਧੀ ਹੋਈ ਨਹੀਂ ਯਾਦ ਰਹਿੰਦੀ। ਇਹ ਕੌਣ ਯਾਦ ਰੱਖਦਾ? ਸ਼ਬਦ ਸਤਿਗੁਰ ਜਾਂ ਪਰਮੇਸ਼ਰ। ਸਾਨੂੰ ਅਜੇ ਤੱਕ ਪਰਮੇਸ਼ਰ ਦਾ ਨਹੀਂ ਪਤਾ ਲੱਗ ਰਿਹਾ। ਸ਼ਬਦ ਸਤਿਗੁਰ ਦਾ ਕੀ ਪਾਲਾਂਗੇ ਭੇਤ? ਮੱਥੇ ਟੇਕੀ ਜਾਂਦੇ ਆ। ਵੀਰ ਜੀ
ਬਾਪੂ ਜੀ ਘੋਖ ਕਰੋ। ਅੱਛਾ, ਘੋਖ ਕਰਕੇ ਦੇਖੋ। ਬੇਨਤੀਆਂ ਕੀ ਕਰਦੇ ਆ? ਦੁਨਿਆਵੀ। ਸਾਡਾ ਜੇ ਮੁੰਡਾ ਬਾਹਰ ਚਲਿਆ ਜਾਵੇ, ਸਾਡੀ ਕੁੜੀ ਦੇ ਇੰਨੇ ਬੈਂਡ ਆ ਗਏ, ਸਾਡੇ ਫਲਾਣੇ ਦੇ ਆ ਗਏ। ਇਹ ਕੋਈ ਬੇਨਤੀਆਂ ਨੇ? ਅਕਾਲ ਪੁਰਖ ਦੀਆਂ ਭਗਤਾਂ ਦੀਆਂ ਬੇਨਤੀਆਂ ਨੇ। ਭਗਤ ਦੀ ਬੇਨਤੀ ਭਗਵਾਨ ਅੱਗੇ ਇਹ ਹੁੰਦੀ ਆ, ਮੈਨੂੰ ਸਦਾ ਆਪਦੇ ਅੰਗ ਸੰਗ ਰੱਖੀ ਚਰਨਾਂ ਦੇ ਵਿੱਚ। ਇਹ ਆ ਭਗਤ ਦੀ ਬੇਨਤੀ। ਆ ਜਿੰਨੀਆਂ ਅਸੀਂ ਬੇਨਤੀਆਂ ਕਰਦੇ ਹਾਂ ਸਭ ਨਿਸ਼ਫਲ ਆ। ਮੈਂ ਵੀ ਵਿੱਚ ਹੀ ਆਉਣਾ, ਅਸੀਂ ਕਿਹੜਾ ਘੱਟ ਕਰਦੇ ਹਾਂ? ਆਪਾਂ ਨੂੰ ਪਤਾ ਹੀ ਨਹੀਂ। ਭਗਵਾਨ ਨੇ ਦੱਸਿਆ। ਦੇਖੋ ਕਿੱਧਰ ਕਿੱਧਰ ਆਪਾਂ ਜਾਂਦੇ ਆ ਤੇ ਸਾਨੂੰ ਕਰਨਾ ਕੀ ਚਾਹੀਦਾ। ਜਿਸ ਵੇਲੇ ਕਲਯੁਗ ਬਣਾਵੇ ਬਣਤਾ, ਇਹ ਖੇਲ ਦੇਣਾ ਸਮਝਾਈਆ। ਹੁਣ ਅੰਦਰੇ ਅੰਦਰ ਤੇਰੇ ਅੱਗੇ ਕਰਾਂ ਮਿੰਨਤਾਂ, ਰਸਨਾ ਜੇਵਾ ਨਾ ਕੋਈ ਸੁਣਾਈਆ। ਭੈ ਵਿੱਚ ਨਹੀਂ ਕੋਈ ਹਿੰਮਤਾ, ਕਿਉਂਕਿ ਪਰਮੇਸ਼ਰ ਦਾ ਭੈ ਹੀ ਇੰਨਾ। ਜਿਹੜਾ ਭਗਤ ਆ ਨਾ, ਉਹ ਪਰਮੇਸ਼ਰ ਦਾ ਇੰਨਾ ਭੈ ਰੱਖਦਾ, ਉਹਦੇ ਅੱਗੇ ਸਿਰ ਨਹੀਂ ਚੱਕਦਾ। ਪਰਮੇਸ਼ਰ ਅੱਗੇ ਵੀ, ਸਤਿਗੁਰ ਸ਼ਬਦ ਅੱਗੇ ਵੀ। ਅਸੀਂ ਜਦੋਂ ਬੇਨਤੀ ਕਰਦੇ ਹਾਂ, ਨਹੀਂ ਜੀ ਅਸੀਂ ਉਹ ਕੀਤਾ ਸੀ। ਸਾਹਿਬਜ਼ਾਦਿਆਂ ਅੱਗੇ ਬੇਨਤੀ ਕਰਦੇ ਆ ਨਾ, ਅੰਦਰੇ ਅੰਦਰ ਤੇਰੇ ਅੱਗੇ ਕਰਾਂ ਮਿੰਨਤਾਂ, ਰਸਨਾ ਜੇਵਾ ਨਾ ਕੋਈ ਸੁਣਾਈਆ। ਭੈ ਵਿੱਚ ਨਹੀਂ ਕੋਈ ਹਿੰਮਤਾ, ਹੌਸਲਾ ਅਵਰ ਨਾ ਕੋਈ ਵਿਖਾਈਆ। ਮੈਨੂੰ ਡਰ ਲੱਗਦਾ ਕੋਲੋਂ ਨਿੰਦਕਾਂ। ਦੇਖੋ ਕਿੱਧਰ ਨੂੰ ਜਾਂਦੀ ਆ ਗੱਲ। ਮੈਨੂੰ ਡਰ ਲੱਗਦਾ ਕੋਲੋਂ ਨਿੰਦਕਾਂ। ਅਸੀਂ ਨਿੰਦਕਾਂ ਦੇ ਕੋਲੇ ਖੜਦੇ ਹਾਂ, ਉਹਨਾਂ ਦੀਆਂ ਗੱਲਾਂ ਹੌਲੀ ਹੌਲੀ ਸੁਣਦੇ ਹਾਂ। ਬਈ ਹਾਂ ਯਾਰ ਇਹ ਐਂ ਕਹਿੰਦਾ, ਹੋ ਜੋ। ਮੈਨੂੰ ਡਰ ਲੱਗਦਾ ਕੋਲੋਂ ਨਿੰਦਕਾਂ, ਜੋ ਤੇਰਾ ਨਾਮ ਗਏ ਭੁਲਾਈਆ। ਇਹ ਵੀਰ ਪ੍ਰੀਤਮ ਸਿੰਘ ਅਰਜ਼ਾਂ ਕਰਦਾ ਅੰਦਰੇ ਅੰਦਰ ਹਰਨਾਕਸ਼ ਦੇ ਟਾਈਮ ਤੇ, ਬਈ ਜਿਹੜਾ ਤੇਰੇ ਨਾਮ ਨੂੰ ਭੁੱਲ ਜਾਂਦਾ। ਅਸੀਂ ਨਾਮ ਤਾਂ ਬੜੇ ਲੈਂਦੇ ਹਾਂ। ਉਹ ਭੈਣ ਪ੍ਰੀਤੋ ਹੁੰਦੀ ਸੀ ਨਾ, ਪ੍ਰੀਤੋ ਕਹਿੰਦੇ ਸੀ ਸੁੱਚੋ ਭੈਣ ਜੀ ਨਾਲ। ਉਹ ਇੱਕ ਦਿਨ ਮੇਰੇ ਕੋਲ ਆ ਕੇ ਬਹਿੰਦੀ ਰੋਜ਼ ਹੀ ਸੀ। ਜਦੋਂ ਆ ਮਰਨ ਤੋਂ ਮਤਲਬ 15-20 ਦਿਨ ਮੇਰੇ ਕੋਲ ਰੋਜ਼ ਹੀ ਆ ਕੇ ਬਹਿਣਾ ਜਾਂ ਪ੍ਰਸ਼ਾਦ ਕੋਲ। ਕੋਈ ਨਾ ਕੋਈ ਗੱਲ ਉਹਨੇ ਕਹਿਣੀ। ਮੈਨੂੰ ਕਹਿੰਦੇ ਇੱਕ ਦਿਨ ਕਹਿੰਦੀ ਵੀਰ ਜੀ, ਆਪਾਂ ਵੀਰ ਜੀ ਅੱਗੇ ਅਸੀਂ ਤਾਂ ਬਾਪੂ ਜੀ ਕਹਿੰਦੇ ਆ। ਉਹ ਜਿਵੇਂ ਕਹਿੰਦੇ ਆ ਤੂੰ ਮੇਰਾ ਮੈਂ ਤੇਰਾ, ਕਦੇ ਬਣੇ ਵੀ ਆ ਆਪਾਂ, ਉਹਦੇ ਬਣੇ ਵੀ ਆ। ਮੈਂ ਤੌਰ ਪਰ ਉਹਨੇ ਰੋਜ਼ ਇੱਕ ਗੱਲ ਕਰਨੀ, ਉਸੇ ਤੇ ਮੈਂ ਸਾਰਾ ਦਿਨ ਸੋਚੀ ਜਾਣਾ ਬਈ ਵਾਕਈ ਸਹੀ ਗੱਲ ਆ, ਅਸੀਂ ਤਾਂ ਬਣੇ ਹੀ ਨਹੀਂ। ਗਾਈ ਜਾਂਦੇ ਹੋ, ਅਸਰ ਨਹੀਂ ਕਰਦਾ, ਅਸਰ ਨਹੀਂ। ਮੈਨੂੰ ਡਰ ਲੱਗਦਾ ਕੋਲੋਂ ਨਿੰਦਕਾਂ, ਜੋ ਤੇਰਾ ਨਾਮ ਗਏ ਭੁਲਾਈਆ। ਪੁਰਖ ਅਕਾਲ ਕਿਹਾ ਮੈਂ ਮਾਲਕ ਜੀਓ ਪਿੰਡ ਦਾ। ਪੁਰਖ ਅਕਾਲ ਕਹਿੰਦਾ ਇਹ, ਪੁਰਖ ਅਕਾਲ ਕਿਹਾ ਮੈਂ ਮਾਲਕ ਜੀਓ ਪਿੰਡ ਦਾ। ਤਨ ਮਾਟੀ ਦਿਆਂ ਵਡਿਆਈਆ। ਮੇਰਾ ਖੇਲ ਗਹਿਰ ਗੰਭੀਰ ਗੁਣੀ ਗਹਿੰਦ ਦਾ। ਸਮਝ ਕੋਈ ਨਾ ਪਾਈਆ। ਜਿਸ ਵੇਲੇ ਵਕਤ ਹੋਏ ਸਹੰਜਣਾ ਪ੍ਰਭ ਬਖਸ਼ੰਦ ਦਾ। ਜਿਸ ਵੇਲੇ ਵਕਤ ਹੋਏ ਸਹੰਜਣਾ ਪ੍ਰਭ ਬਖਸ਼ੰਦ ਦਾ। ਬਖਸ਼ਿਸ਼ ਵਿੱਚ ਬਖਸ਼ਿਸ਼ ਸਭ ਦੀ ਝੋਲੀ ਪਾਈ ਆ। ਹੁਣ ਇੱਥੇ ਗੱਲ ਆ ਗਈ ਜੀ, ਕਮੈਂਟ ਗੱਲ ਹੋਈ ਤੇ ਬਖਸ਼ਿਸ਼ ਨਹੀਂ ਸੀ ਹੁੰਦੀ, ਉੱਥੇ ਹੁਕਮ ਹੁੰਦਾ ਸੀ, ਸਖਤੀ ਨਾਲ ਹੁਕਮ ਹੁੰਦਾ ਸੀ। ਪਿਛਲੇ ਪੁਰਾਣੇ ਗੁਰਸਿੱਖਾਂ ਤੋਂ ਪੁੱਛ ਲਿਓ, ਜਿਹੜੀ ਸੇਵਾ ਲੱਗ ਗਈ ਉਹ ਸਖਤੀ ਨਾਲ ਲਈ ਜਾਂਦੀ ਸੀ। ਹੁਣ ਆਇਆ ਬਖਸ਼ੰਦਰ, ਬਖਸ਼ਣ ਵਾਲਾ ਆਪਾਂ ਨੂੰ। ਇਹਨੇ ਬਖਸ਼ਾਂ ਕੀਤੀਆਂ, ਸਮਝੇ। ਅਸੀਂ ਉਹ ਬਖਸ਼ਾਂ ਦੇ ਪਾਤਰ ਨਹੀਂ ਬਣ ਸਕੇ। ਜੋਤੀ ਜੋਤ ਸਰੂਪਾ ਆਪ ਆਪਣੀ ਕਿਰਪਾ ਕਰ ਸਦ ਦੇ ਬਣਹਾਰ ਵਡਿਆਈ ਆ। ਨਫਰ ਕਿਹਾ ਭਗਤ ਪ੍ਰਹਲਾਦ ਪਿੱਛੇ
मारे हरनाक्ष नफर कहा भगत प्रहलाद पिछे मरे हरनाक्ष हर अपनी खेल कराई आ। भगत पिछे उन्होंने मारिया। परमेश्वर का किसी नाल वैर नहीं। परमेश्वर गल कर रहा है, कहना भगत पिछे मैं वो काम किया, असी भगत बने नहीं, साढ़े पिछे की वो करता रहा। नफर कहा भगत प्रहलाद पिछे मारे हरनाक्ष हर अपनी खेल कर विखाई आ। पुरख अकाल कहा मैं इसे तरह कलयुग अंतम भगत सहेले करा खालस। पुरख अकाल ठोक ठोक के कह रहा बई मैं थानू खालस बनाना, असी नहीं बनते। खालस की हुंदा? सारे असी एक दूजे नूं दसदे हां खालसा ऐ हुंदा, खालसा ऐ हुंदा, अपने आप च खाली हां। पुरख अकाल कहा मैं इसे तरह कलयुग अंतम भगत सहेले करा खालस। कलयुग कूड़ा पार कराईया नंते नंते कहा किस्मत बने सालस अपना फेरा पाईया। भगवान कहा मैं जन्मा भगवान कहा मैं जन्मा किसे दा घर माई मैं जन्मा किसे दा घर माई बालक निर्गुण नरवैर हो के फेरा पाईया। जमदा मरदा नहीं है, जमदा नहीं है। ये गल दी लैन दी ये गल आ। निर्गुण नरवैर हो के फेरा पाया उन्हें। आपां नूं नहीं पता लग्या अजे तक। संत सहेले बाण प्रतिपालक रक्षा करा थां थाइया। ओस कहा प्रभु की मेरी भी निंद्रा लाहे आलस। नंते कहा ओस कहा प्रभु कि मेरी भी लाहे आलस निंद्रा आलस। अपनी अख खुलाईया ज्योति जो स्वरूपा आप अपनी कृपा कर। पुरख हाँ जी हाँ जी इत्थे ही जकारे लाउण लग्या जी। इशारा हो गया, टाइम काफ़ी हो गया तो माफ़ करना। बहुत आ, एक लाइन ही बहुत आ। परमेश्वर की इक्को लाइन बहुत आ। मैनू तो बहुत टाइम देता ना। ये जकारे ही बड़े आ जे लग जान। सोहंग महाराज शेर सिंह विष्णु भगवान की जय जे 5 जकारे आपां तो लग जान, परमेश्वर कृपा करे लगवा लवे। आपां नहीं ला सकते, इन्ना ही बहुत आ। बाणी पढ़ते हैं, अपने विचार दिंदे आ। किसी के मन में कोई ठेस पहुंची होवे मेरी झोली च पा जिओ, नाल ना लैके जाओ। परमेश्वर के चरणों पासों आप तो मैं माफ़ी मंगदा। जकारे का साथ देना जी। सोहंग महाराज शेर सिंह विष्णु भगवान दी जय।